ਸੱਜਣੋ ਤੇ ਮਿੱਤਰੋ, ਤੁਹਾਡਾ ਵੀਰ ਫਕੀਰ ਆਫਤਾਬ ਭੱਟੀ ਇਸਲਾਮਾਬਾਦ ਨਿਊਜ਼ ਦੇ ਪਲੇਟਫਾਰਮ ਤੋਂ ਹਾਜ਼ਰ ਹੈ। ਗੱਲ ਕਰਨ ਤੋਂ ਪਹਿਲੇ ਇੱਕ ਰਿਕੁਐਸਟ ਹੈ ਸਾਰੇ ਸੁਣਨ ਵਾਲਿਆਂ ਤੇ ਵੇਖਣ ਵਾਲਿਆਂ ਨੂੰ ਕਿ ਅਗਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰੋ, ਲਾਈਕ ਵੀ ਕਰੋ ਤੇ ਆਪਣੀ ਮੁਹੱਬਤ ਭਰੀਆਂ ਉਂਗਲਾਂ ਦੀਆਂ ਪੋਰਾਂ ਨਾਲ ਕੋਈ ਕਮੈਂਟ ਵੀ ਕਰੋ। ਗੱਲ ਸ਼ੁਰੂ ਕਰਨੇ ਆ। ਅੱਜ ਕੌਮੀ ਅਸੈਂਬਲੀ ਦਾ ਇਜਲਾਸ ਸੀ। ਉਹਦੇ ਵਿੱਚ ਫਜ਼ਲੁਰ ਰਹਿਮਾਨ ਦਾ ਅੱਜ ਪਹਿਲਾ ਖਿਤਾਬ ਸੀ, ਜਿਹੜਾ ਕਿ ਬੜਾ ਗਰਮਜੋਸ਼ ਖਿਤਾਬ ਸੀ ਔਰ ਐਨ ਜਨਾਬ ਲੱਗਦਾ ਸੀ ਨਾ ਜਿਵੇਂ ਮੌਲਾਨਾ ਸਾਹਿਬ ਲੜ ਕੇ ਆਏ ਕਿਸੇ ਨਾਲ। ਮਤਲਬ ਇਹ ਹੈ ਕਿ ਉਹਨਾਂ ਨੇ ਪੀਟੀਆਈ ਦਾ ਖੁੱਲ੍ਹ ਕੇ ਐਲਾਨ ਕੀਤਾ ਹੈ ਕਿ ਪੀਟੀਆਈ ਦੀ ਹਮਾਇਤ ਦਾ, ਔਰ ਦੂਜਾ ਉਹਨਾਂ ਨੇ ਕਿਹਾ ਜੀ ਕਿ ਕਾਨੂੰਨ ਦੀ ਬਾਲਾਦਸਤੀ ਔਰ ਇਹ ਔਰ ਉਹ। ਉਹਦੀ ਵਜ੍ਹਾ ਹੈ ਵੀ ਕਿ ਅਗਰ ਮੌਲਾਨਾ ਸਾਹਿਬ ਨੂੰ ਹਿੱਸਾ ਥੋੜ੍ਹਾ ਜਿਹਾ ਹੋਰ ਦੇ ਦਿੱਤਾ ਜਾਂਦਾ, ਜੋ ਕਿ ਉਹਨਾਂ ਦਾ ਦਿਲ ਸੀ ਸਦਰੇ ਪਾਕਿਸਤਾਨ ਬਣਨ ਤੇ ਜੇ ਉਹ ਸਦਰੇ ਪਾਕਿਸਤਾਨ ਬਣ ਜਾਂਦੇ ਮੌਲਾਨਾ ਸਾਹਿਬ, ਤੇ ਫਿਰ ਕਾਨੂੰਨ ਵੀ ਠੀਕ ਸੀ, ਅਸੈਂਬਲੀਆਂ ਵੀ ਠੀਕ ਸੀ, ਇਲੈਕਸ਼ਨ ਵੀ ਠੀਕ ਸੀ, ਹਰ ਸ਼ੈ ਠੀਕ ਸੀ। ਤੇ ਹਿੱਸਾ ਚੂੰਕਿ ਪੂਰਾ ਨਹੀਂ ਮਿਲਿਆ, ਇਸ ਵਾਸਤੇ ਫਿਰ ਹੁਣ ਪੀਟੀਆਈ ਜਿਹੜੀ ਡੀਜ਼ਲ ਤੋਂ ਬਗੈਰ ਮੌਲਾਨਾ ਨੂੰ ਮੁਖਾਤਬ ਨਹੀਂ ਸੀ ਕਰਦੀ, ਅੱਜ ਉਹਦੇ ਵਾਸਤੇ ਮੌਲਾਨਾ ਸਾਹਿਬ ਦਾ ਖੂਨ ਖੋਲ ਰਿਹਾ। ਤੇ ਸਾਬਕਾ ਸਪੀਕਰ ਜਿਹੜਾ ਹੈ ਅਸਦ ਕੈਸਰ, ਉਹਦਾ ਵੀ ਖਿਤਾਬ ਸੀ ਅੱਜ, ਤੇ ਉਹਨੂੰ ਵੀ ਅੱਜ ਕਾਨੂੰਨ ਦੀ ਬਾਲਾਦਸਤੀ ਔਰ ਸਿਵਲ ਸੁਪਰਮੇਸੀ ਔਰ ਤਾਕਤ ਦਾ ਸਰਚਸ਼ਮਾ ਆਵਾਮ ਔਰ ਇਹ ਸਾਰੀਆਂ ਚੀਜ਼ਾਂ ਔਰ ਪਾਰਲੀਮੈਂਟ ਦੀ ਬੇਤੁਕੀਰੀ, ਇਹ ਅੱਜ ਸਾਰਾ ਉਹਨੂੰ ਵੀ ਯਾਦ ਆ ਰਿਹਾ ਸੀ। ਤੇ ਜੇ ਥੋੜਾ ਜਿਹਾ ਅਸੀਂ ਪਿੱਛੇ ਜਾਈਏ ਨਾ, ਜ਼ਿਆਦਾ ਦੂਰ ਨਹੀਂ, ਥੋੜਾ ਜਿਹਾ ਪਿਛਲੀ ਹਕੂਮਤ ਵਿੱਚ ਪੀਟੀਆਈ ਦੀ ਹਕੂਮਤ ਵਿੱਚ ਜਾਵੀਏ ਨਾ, ਤੇ ਉਸ ਟਾਈਮ ਖਾਨ ਸਾਹਿਬ ਕਹਿੰਦੇ ਸਨ ਕਿ ISI ਜਿਹੜੀਆਂ ਸਾਡੀਆਂ ਗੱਲਾਂ ਟੇਪ ਕਰਦੀ ਹੈ ਜਾਂ ਰਿਕਾਰਡ ਕਰਦੀ ਹੈ, ਉਹਨੂੰ ਕਰਨੀਆਂ ਚਾਹੀਦੀਆਂ ਨੇ, ਤਾਂ ਕਿ ਪਤਾ ਲੱਗੇ ਕਿ ਕੋਈ ਜਿਹੜਾ ਹੈ ਉਹ ਗੱਦਾਰ ਤਾਂ ਨਹੀਂ ਹੈ। ਗੱਲ ਇਹ ਹੈ ਕਿ ਔਰ ਨਾਲ ਇਹ ਵੀ ਕਹਿੰਦੇ ਸਨ ਪੀਟੀਆਈ ਵਾਲੇ ਕਿ ਆਰਮੀ ਚੀਫ ਜਿਹੜਾ ਹੈ ਉਹ ਅੱਬਾ ਹੁੰਦਾ ਪੂਰੀ ਕੌਮ ਦਾ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਜਦੋਂ ਬੰਦਾ ਵਜ਼ੀਰ ਆਜ਼ਮ ਹਾਊਸ ਦੇ ਵਿੱਚ ਵੜਦਾ ਹੈ, ਉਸ ਕੁਰਸੀ ਦੇ ਉੱਤੇ ਬਹਿ ਜਾਂਦਾ ਹੈ, ਤੇ ਉਸ ਵੇਲੇ ਉਹਨੂੰ ਇਹ ਸਾਰੇ ਅੱਬੇ ਤੇ ISI ਤੇ ਫੌਜ ਤੇ ਕਾਨੂੰਨ ਤੇ ਹਰ ਸ਼ੈ ਉਸ ਵੇਲੇ ਇਹਨਾਂ ਨੂੰ ਇਹ ਸਮਝਦੇ ਨੇ ਬਿਲਕੁਲ ਸਹੀ ਚੱਲ ਰਹੀ ਹੈ, ਔਰ ਉਸ ਵਕਤ ਵੀ ਇਹ ਸਮਝਦੇ ਨੇ ਕਿ ਕਾਨੂੰਨ ਦੀ ਬਾਲਾਦਸਤੀ ਹੈ ਔਰ ਸਿਵਲ ਸੁਪਰਮੇਸੀ ਹੈ। ਤੇ ਉਸ ਟਾਈਮ ਇਹ ਹੋਰ ਤਨਾਜ਼ਰ ਵਿੱਚ ਵੇਖਦੇ ਨੇ ਚੀਜ਼ਾਂ ਨੂੰ, ਔਰ ਉਸ ਟਾਈਮ ਇਹ ਅੱਬਾ ਜੀ ਵੀ ਆਖਦੇ ਨੇ ਤੇ ਉਹਨਾਂ ਦੀ ਹਰ ਗੱਲ ਜਿਹੜੀ ਹੈ ਉਹਨੂੰ ਮੰਨਦੇ ਨੇ ਔਰ ਉਹ ਕਹਿੰਦੇ ਨੇ ਕਿ ਠੀਕ ਗੱਲ ਹੈ। ਲੇਕਿਨ ਜਦੋਂ ਹੀ ਉਸ ਘਰ ਦੇ ਵਿੱਚੋਂ ਇਹਨਾਂ ਨੂੰ ਠੁੱਡਾ ਮਾਰ ਕੇ ਕੱਢਿਆ ਜਾਏ, ਜਿਵੇਂ ਕਿ ਇਮਰਾਨ ਖਾਨ ਨੂੰ ਅਦਮੇ ਇਤਮਾਦ ਤੇ ਝੰਡਾ ਮਾਰ ਕੇ ਕੱਢਿਆ ਗਿਆ ਹੈ, ਜਦੋਂ ਫਿਰ ਇਸ ਤਰ੍ਹਾਂ ਕੱਢਿਆ ਜਾਂਦਾ ਹੈ, ਉਸ ਟਾਈਮ ਫਿਰ ਇਹਨਾਂ ਦੇ ਅੰਦਰ ਇੱਕ ਜਮਹੂਰੀਅਤ ਬਣ ਜਾਂਦੀ ਹੈ ਔਰ ਪਲ ਜਾਂਦੀ ਹੈ, ਔਰ ਜਮਹੂਰੀਅਤ ਦਾ ਜਿਹੜਾ ਅੰਦਰ ਇੱਕ ਸੁੱਤਾ ਕੀੜਾ ਹੁੰਦਾ ਉਹ ਫਿਰ ਜਾਗ ਜਾਂਦਾ। ਤੇ ਫਿਰ ਇਹ ਜਨਾਬ ਫੌਜ ਦੇ ਖਿਲਾਫ ਵੀ ਹੋ ਜਾਂਦੇ ਨੇ। ਫਿਰ ਜਨਾਬ ਇਹ ਉਹਨਾਂ ਨੂੰ ਅੱਲਾ ਮਾਫ ਕਰੇ, ਜਦੋਂ ਇਮਰਾਨ ਖਾਨ ਨੂੰ ਲਾਇਆ ਗਿਆ ਸੀ ਤੇ ਇਹਨੇ ਫਿਰ ਜਨਰਲ ਬਾਜਵਾ ਸਾਹਿਬ ਦੇ ਬਾਰੇ ਜਿਹੜੇ ਲਫ਼ਜ਼ ਬੋਲੇ ਨੇ, ਅੱਲਾ ਹੀ ਮਾਫ ਕਰੇ। ਗੱਲ ਇਹ ਹੈ ਕਿ ਅੱਜ ਵੀ ਇਮਰਾਨ ਖਾਨ ਜਿਹੜਾ ਹੈ ਉਹ ਫਿਰ ਫੌਜ ਨੂੰ ਸਿਆਸਤ ਵਿੱਚ ਤਰੀਕ ਰਿਹਾ ਹੈ, ਔਰ ਮੈਂ ਸਮਝਣਾ ਵਾ ਕਿ ਫੌਜ ਦਾ ਵੀ ਕਿਰਦਾਰ ਰਿਹਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਮਾਰਸ਼ਲ ਰਿਹਾ ਹੈ ਇੱਥੇ, ਔਰ 11 ਸਾਲ ਸਾਡੇ ਤੇ ਮੁਸੱਲਤ ਰਹੇ ਨੇ ਜਰਨੈਲ, ਇਹਦੇ 'ਚ ਕੋਈ ਸ਼ੱਕ ਨਹੀਂ। ਲੇਕਿਨ
ਮੈਂ ਸਮਝਦਾ ਕਿ ਸਿਆਸਤਦਾਨ ਜਿਹੜੇ ਨੇ ਇਹ ਬਾਰ-ਬਾਰ ਫੌਜ ਨੂੰ ਤਰੀਕ ਕੇ ਸਿਆਸਤ ਦੇ ਵਿੱਚ ਲਿਆਉਂਦੇ ਨੇ। ਵੇਖੋ ਨਾ, ਹੁਣ ਖਾਨ ਵੀ ਕਹਿੰਦਾ ਹੈ ਜੀ ਸਾਡੀ ਅਗਰ ਗੱਲਬਾਤ ਹੋਣੀ ਹੈ ਤਾਂ ਸਿਰਫ ਆਰਮੀ ਚੀਫ ਤੇ ਆਈਐਸਆਈ DGISI ਨਾਲ ਹੀ ਹੋਣੀ। ਜਦੋਂ ਤੁਸੀਂ ਇਹਨਾਂ ਤੋਂ ਇਲਾਵਾ ਆਪਸ ਵਿੱਚ ਗੱਲ ਨਹੀਂ ਕਰੋਗੇ ਤੇ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਤੁਸੀਂ ਬਾਰ-ਬਾਰ ਫੌਜ ਨੂੰ ਆਪ ਬੁਲਾਉਂਦੇ ਹੋ ਕਿ ਆਓ ਸਿਆਸਤ ਦੇ ਵਿੱਚ ਵੜੋ। ਮੈਨੂੰ ਇਸ ਸਾਇੰਸ ਦੀ ਵੀ ਨਹੀਂ ਸਮਝ ਆਉਂਦੀ ਕਿ ਜਦੋਂ ਇਹ ਵਜ਼ੀਰ ਆਜ਼ਮ ਹਾਊਸ ਦੇ ਵਿੱਚ ਜਿਹੜਾ ਬੰਦਾ ਵੀ ਬੈਠਾ ਹੋਵੇ ਜਾਂ ਇਕਤਦਾਰ ਦੇ ਵਿੱਚ ਜਿਹੜਾ ਵੀ ਹੋਵੇ ਉਸ ਉਹਦੇ ਵਾਸਤੇ ਹਰ ਸ਼ੈ ਠੀਕ ਹੁੰਦੀ ਹੈ, ਕਾਨੂੰਨ ਵੀ ਠੀਕ ਹੁੰਦਾ ਹੈ, ਜੱਜ ਵੀ ਠੀਕ ਹੁੰਦੇ ਨੇ, ਜਰਨੈਲ ਵੀ ਠੀਕ ਹੁੰਦੇ ਨੇ। ਜਦੋਂ ਇਹਨਾਂ ਨੂੰ ਉਸ ਕੁਰਸੀ ਤੋਂ ਲਾਹ ਦਿੱਤਾ ਜਾਂਦਾ ਹੈ ਉਦੋਂ ਜੱਜ ਵੀ ਗਲਤ ਹੋ ਜਾਂਦੇ ਨੇ, ਜਰਨੈਲ ਵੀ ਗਲਤ ਹੋ ਜਾਂਦੇ ਨੇ, ਕਾਨੂੰਨ ਵੀ ਗਲਤ ਹੋ ਜਾਂਦਾ ਹੈ ਤੇ ਫਿਰ ਇਹਨਾਂ ਨੂੰ ਪਾਰਲੀਮੈਂਟ ਦੀ ਬੇਤੁਕੀਰੀ ਵੀ ਨਜ਼ਰ ਆਉਣਾ ਸ਼ੁਰੂ ਹੋ ਜਾਂਦੀ ਹੈ। ਤੇ ਜਦੋਂ ਉਸ ਪਾਰਲੀਮੈਂਟ ਦਾ ਹਿੱਸਾ ਹੁੰਦੇ ਨੇ ਉਹਨੂੰ ਆਪ ਬੇਤੁਕੀਰ ਕਰਦੇ ਨੇ। ਜਦੋਂ ਤੁਸੀਂ ਪਾਰਲੀਮੈਂਟੇਰੀਅਨ ਆਪਸ ਵਿੱਚ ਬਹਿ ਕੇ ਗੱਲ ਨਹੀਂ ਕਰੋਗੇ ਤਾਂ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਤੁਸੀਂ ਪਾਰਲੀਮੈਂਟ ਦੀ ਬੇਤੁਕੀਰੀ ਖੁਦ ਕਰ ਰਹੇ ਹੋ, ਬਲੇਮ ਦੂਸਰਿਆਂ ਤੇ ਦੇ ਰਹੇ ਹੋ। ਇਸ ਸਾਇੰਸ ਦੀ ਬਹਰਹਾਲ ਮੈਨੂੰ ਤਾਂ ਨਹੀਂ ਸਮਝ ਆਈ। ਜੇ ਅਗਰ ਤੁਹਾਨੂੰ ਸਮਝ ਆਈ ਹੋਵੇ ਤਾਂ ਮੈਨੂੰ ਵੀ ਦੱਸਣਾ। ਇਹਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ।